Like the video, subscribe to the channel and press the bell icon for latest video updates. ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈਗਾ, ਕਿਸਾਨੀ ਮੁੱਦੇ ਤੇ ਮੈਡਮ ਹਰਸਿਮਰਤ ਬਾਦਲ ਨੇ ਅਸਤੀਫਾ ਤਾਂ ਦੇ ਦਿੱਤਾ ਹੈਗਾ, ਪਰ ਇਹਦੇ ਵਿੱਚ ਸਾਰੀ ਰਾਜਨੀਤੀ ਝਲਕਦੀ ਹੈਗੀ ਆ। ਇਹ ਅਸਤੀਫਾ ਜੇ ਕਿਤੇ ਸ਼ੁਰੂ ਵਿੱਚ ਦਿੱਤਾ ਹੁੰਦਾ, ਜਦੋਂ ਇਹ ਪ੍ਰੋਬਲਮ ਹੋਈ ਸੀ, ਤਦ ਜਿਹੜਾ ਕਿਸਾਨ ਜਾਂ ਲੋਕੀ ਉਹਨਾਂ ਨੂੰ ਜ਼ਿਆਦਾ ਐਪਰੀਸ਼ੀਏਟ ਕਰਦੇ ਹੈਗੇ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੋਲੀਟੀਸ਼ੀਅਨ ਹੈਗੇ ਆ ਜਿਨ੍ਹਾਂ ਨੇ ਟਾਈਮਲੀ ਇਹਦੇ 'ਤੇ ਐਕਸ਼ਨ ਲਿਆ ਹੈਗਾ, ਪਰ ਕੇਂਦਰੀ ਸਰਕਾਰ ਨੇ ਮੋਦੀ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ, ਪਰ ਉਹਨਾਂ ਨੇ ਗੱਲ ਕੋਈ ਨਹੀਂ ਸੁਣੀ ਹੈਗੀ ਆ। ਇਸ ਤਰ੍ਹਾਂ ਦੀ ਇੱਕ ਚਿੱਠੀ ਜਿਹੜੀ ਹੈਗੀ ਆ ਭੁਪਿੰਦਰ ਸਿੰਘ ਮਾਨ, ਜੋ ਕਿ ਆਲ ਇੰਡੀਆ ਜਿਹੜੇ ਕਿਸਾਨ ਯੂਨੀਅਨ ਹੈਗੀ ਆ ਉਹਦੇ ਉਹ ਚੇਅਰਮੈਨ ਹੈਗੇ ਆ, ਅਤੇ ਐਕਸ MP ਉਹਨਾਂ ਨੇ ਚਿੱਠੀ ਲਿਖੀ ਸੀ। ਇਹ ਥੋੜ੍ਹੇ ਜਿਹੇ ਮੈਂ ਤੁਹਾਨੂੰ ਪੁਆਇੰਟਸ, ਬੜੀ ਲੰਬੀ ਚੌੜੀ ਹੈ, ਜਿਹੜੇ ਇੰਪਲੀਮੈਂਟ ਕਰਨ ਲਈ ਉਹਨਾਂ ਨੇ ਕਿਹਾ ਸੀ। ਪਹਿਲਾ ਪੁਆਇੰਟ, ਆਫਟਰ ਕੇਅਰਫੁਲੀ ਐਗਜ਼ਾਮਿਨਿੰਗ ਆਈ have certain suggestions which can make these amendments meaningful and useful to farmers. A. To allay the fear that MSP will be done away, another ordinance should be brought in to guarantee that farmers will get MSP. This assured purchase on MSP should be legally binding on all buyers, government or private, with strong penal interest on defaulting buyers. दूसरा उन्होंने लिखा है, 9th schedule should be amended and agriculture land should be brought out of the ambit of to enable the farmers approach the courts for justice. ਇਹਦੇ ਵਿੱਚ ਸਭ ਤੋਂ ਵੱਡਾ ਲਕੂਨਾ ਇਹ ਹੈਗਾ, ਮੰਨ ਲਓ ਕਿ ਡਿਸਐਗਰੀਮੈਂਟ ਹੁੰਦੀ, ਕਿਸੇ ਵੀ ਕੋਰਟ ਵਿੱਚ ਇਹਦੀ ਕੋਈ ਸੁਣਵਾਈ ਨਹੀਂ ਹੈਗੀ ਆ। ਇਹ ਬਹੁਤ ਇੰਪੋਰਟੈਂਟ ਪੁਆਇੰਟ ਭੁਪਿੰਦਰ ਸਿੰਘ ਮਾਨ ਐਕਸ MP ਨੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬਹੁਤ ਮਹੀਨੇ ਪਹਿਲੇ ਲਿਖੇ ਸੀ, ਜਦੋਂ ਕਿ ਇਹ ਸਰਕੂਲੇਟ ਹੋਇਆ ਸੀ। ਉਹ ਇਹਦੇ ਤੋਂ ਇਹ ਲੱਗਦਾ ਹੈਗਾ ਵੀ ਗੌਰਮੈਂਟ ਆਫ ਇੰਡੀਆ ਦੀ ਇਹਦੇ ਵਿੱਚ ਕੋਈ ਮਤਲਬ ਮਨਸ਼ਾ ਕਿਸਾਨਾਂ ਦੀ ਵਾਕਿਆ ਕੋਈ ਹੈਲਪ ਕਰਨੇ ਦੀ ਨਹੀਂ, ਸ਼ਾਇਦ ਕੋਈ ਵੱਡੇ ਘਰਾਣਿਆਂ ਨੂੰ ਵੱਡੇ ਕੋਈ ਬੈਨੀਫਿਟ ਦੇਣੇ ਦੀ ਲੱਗਦਾ ਹੈ। ਜਿਹੜੀ ਤੁਸੀਂ ਚਿੱਠੀ ਲਿਖੀ ਸੀ ਉਹਦੇ ਵਿੱਚ ਮੁੱਖ ਮੁੱਦੇ ਕੀ ਲਏ ਸੀ ਤੇ ਅੱਜ ਦੇ ਸਿਸਟਮ ਵਿੱਚ ਉਹਨਾਂ ਦੀ ਕੀ ਰੈਲੇਵੈਂਸ ਹੈਗੀ ਆ? ਦੇਖੋ ਜੀ, ਮੈਂ 1 ਸਤੰਬਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਜਿਹਦੇ 'ਚ ਮੈਂ ਉਹਨਾਂ ਨੂੰ ਆਖਿਆ ਸੀ ਕਿ ਜਦੋਂ ਤੁਸੀਂ ਇਹ ਅਨਾਉਂਸ ਕੀਤੇ ਸੀ ਆਰਡੀਨੈਂਸ, ਅਸੀਂ ਤੇ ਹਮੇਸ਼ਾ ਮੰਗ ਕਰਦੇ ਰਹੇ ਹਾਂ ਕਿ ਸਾਨੂੰ ਖੁੱਲੀ ਮੰਡੀ ਮਿਲਣੀ ਚਾਹੀਦੀ ਹੈ, ਆਜ਼ਾਦੀ ਮਿਲਣੀ ਚਾਹੀਦੀ ਹੈ, ਤੇ ਅਸੀਂ ਤੇ ਆਖਿਆ ਵੀ ਇਹ ਤੇ ਬੜਾ ਸਵਾਗਤ ਵਾਲੀ ਗੱਲ ਹੈ। ਲੇਕਿਨ ਅਲਟੀਮੇਟਲੀ ਜਦੋਂ ਉਹਦਾ ਫਾਈਨ ਪ੍ਰਿੰਟ ਪੜਿਆ, ਉਦੋਂ ਪਤਾ ਲੱਗਾ ਉਹ ਇਹ ਤੇ ਸਾਰਾ ਧੋਖਾ ਹੈ। ਕੋਈ ਇਸ ਕਰਕੇ ਅਸੀਂ ਤੇ ਇੱਥੋਂ ਤੱਕ ਉਹਦੇ 'ਚ ਮੈਂ ਲਿਖਿਆ ਸੀ ਕਿ ਅਸੀਂ ਤੇ ਵਾਹਗਾ ਬਾਰਡਰ ਤੱਕ ਗਏ ਸੀ। ਮੈਂ ਪਾਰਲੀਮੈਂਟ ਮੈਂਬਰ ਹੁੰਦਿਆਂ ਇੱਥੋਂ ਕਣਕ ਲੈ ਕੇ ਬਾਹਰ ਜਾਣ ਲੱਗਾ ਸੀ, ਪੰਜਾਬ ਤੋਂ ਮਹਾਰਾਸ਼ਟਰ ਵੱਲ, ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਹਦਾ ਹੁੰਦਿਆਂ ਪ੍ਰਿਵਿਲੇਜ ਮੋਸ਼ਨ ਤੱਕ ਗੱਲ ਗਈ ਸੀ। ਪ੍ਰਿਵਿਲੇਜ ਮੋਸ਼ਨ ਵਿੱਚ ਪੰਜਾਬ ਗਵਰਨਮੈਂਟ ਨੇ, ਪੰਜਾਬ ਪੁਲਿਸ ਨੇ, APS ਗਿੱਲ ਨੇ ਤੇ ਇੱਥੋਂ ਦੇ ਚੀਫ ਸੈਕਟਰੀ ਨੇ ਮਾਫੀ ਮੰਗੀ ਸੀ। ਅੱਛਾ ਜੀ, ਇਹ ਗਲਤ ਕੀਤਾ। ਲੇਕਿਨ ਗੱਲ ਫਿਰ ਉੱਥੇ ਦੀ ਉੱਥੇ ਹੀ, ਔਰ ਇਸ ਕਰਕੇ ਮੈਂ ਇਹ ਚਿੱਠੀ ਲਿਖੀ ਸੀ ਕਿ ਅਸੀਂ ਤੇ ਚਾਹੁੰਦੇ ਹਾਂ ਕਿ ਇਹ ਸਾਰੇ ਕੁਝ ਦੇ ਵਿੱਚ ਇਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ, ਹਾਂਜੀ ਦੇਖੋ ਅੱਜ ਉਹਨਾਂ ਨੇ ਜਿਹੜਾ ਹੁਣ ਬਿੱਲ ਪਾਸ ਕੀਤਾ, ਹਾਂਜੀ, ਉਹ ਮੇਨਲੀ ਇਸੈਂਸ਼ੀਅਲ ਕਮੋਡਿਟੀਜ਼ ਐਕਟ, ਜ਼ਰੂਰੀ ਵਸਤਾਂ ਦਾ ਕਾਨੂੰਨ। ਹਾਂਜੀ, ਮੈਂ ਇਹ ਸਮਝਦਾ ਕਿ ਸਾਡਾ ਸਾਰਿਆਂ ਦਾ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਕੀ। ਹਾਂਜੀ, ਉਹ ਐਕਟ ਇਹ ਹੈ ਜੀ ਕਿ ਨਾ ਉਹਦਾ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ, ਉਹਨੂੰ ਵਿਧਾਨ ਦਾ ਇੱਕ ਸ਼ਡਿਊਲ ਹੈ ਜਿਹਨੂੰ 9ਵਾਂ ਸ਼ਡਿਊਲ ਕਹਿੰਦੇ ਨੇ, 9th ਸ਼ਡਿਊਲ ਆਫ ਆਵਰ ਕੰਸਟੀਟਿਊਸ਼ਨ। ਅੱਛਾ ਜੀ, ਉਸ ਕੰਸਟੀਟਿਊਸ਼ਨ ਵਿੱਚ ਕੋਈ 200-300 ਦੇ ਕਰੀਬ ਐਕਟ ਨੇ। ਉਹਨਾਂ ਐਕਟਾਂ ਵਿੱਚੋਂ ਇੱਕ ਐਕਟ ਹੈ ਐਕਟ ਨੰਬਰ 126। ਅੱਛਾ ਜੀ, 126 ਨੰਬਰ ਐਕਟ ਜਿਹੜਾ ਉਹ ਹੈਗਾ ਇਸੈਂਸ਼ੀਅਲ ਕਮੋਡਿਟੀਜ਼ ਐਕਟ ਦਾ। ਅੱਛਾ ਜੀ, ਹਾਂ।
essential commodities ਐਕਟ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਵੀ 9 ਸ਼ਡਿਊਲ ਵਿੱਚ ਕੋਈ ਕਾਨੂੰਨ ਪਾ ਦਿੱਤੇ ਜਾਣ, ਹਾਂਜੀ ਉਹਨਾਂ ਕਾਨੂੰਨਾਂ ਨਾਲ ਅਗਰ ਕਿਸੇ ਦੀ ਕੋਈ ਜ਼ਿਆਦਤੀ ਹੋਈ ਹੋਵੇ, ਅੱਛਾ ਜੀ ਕੋਈ ਉਹ ਇਨਸਾਫ ਦੀ ਮੰਗ ਕੋਰਟ ਕੋਲੋਂ, ਕਚਹਿਰੀ ਕੋਲੋਂ ਇਨਸਾਫ ਮੰਗਣਾ ਚਾਹਣ ਤੇ ਹਾਂਜੀ ਕੋਰਟ ਨੂੰ ਸਾਡੇ ਕਨਸਟੀਟਿਊਸ਼ਨ ਨੇ ਡਿਬਾਰ ਕੀਤਾ ਹੋਇਆ ਹੈ ਓਹ ਕਿ ਹੋ ਹੋ ਤੁਸੀਂ ਇਸ ਮੁੱਦੇ ਦੇ ਉੱਤੇ ਇਹ ਜਿਹੜਾ ਵਿਅਕਤੀ ਇਨਸਾਫ ਲੈਣ ਲਈ ਆਇਆ ਹੈ, ਇਹਨੂੰ ਇਨਸਾਫ ਨਹੀਂ, ਤੁਸੀਂ ਇਹਨੂੰ ਐਂਟਰਟੇਨ ਹੀ ਨਹੀਂ ਕਰ ਸਕਦੇ। ਇਹ ਤਾਂ ਫਿਰ ਗਵਰਨਮੈਂਟ ਆਫ ਇੰਡੀਆ ਦੀ ਇੰਟੈਂਸ਼ਨ, ਇੰਨੀ ਗੱਲ ਤਾਂ ਪੂਰੀ ਮੇਰੇ ਖਿਆਲ ਕਿਸਾਨਾਂ ਨੂੰ ਵੀ ਨਹੀਂ ਪਤੀ, ਜਿਸ ਹਿਸਾਬ ਨਾਲ ਟੈਕਨੀਕਲੀ ਤੁਸੀਂ ਦੱਸਿਆ ਇਹ ਜਿਹੜਾ ਹੈਗਾ। ਮੈਂ ਤੇ ਜੀ ਪਾਰਲੀਮੈਂਟ ਮੈਂਬਰ ਹੁੰਦਿਆਂ ਇਹ ਸਾਰੀ ਚੀਜ਼ ਤੇ ਪਿੱਟਦਾ ਰਿਹਾ ਭਈ ਆ ਤੁਸੀਂ ਆ ਜੋ ਕਰਦੇ ਪਏ ਹੋ, ਦੱਸੋ ਤੁਸੀਂ ਆਂਦੇ ਹੋ ਅਸੀਂ ਆਜ਼ਾਦ ਇਹ ਦੇਸ਼ ਹੈ, ਆਜ਼ਾਦ ਦੇਸ਼ ਵਿੱਚ ਕਿਸਾਨ ਗੁਲਾਮ ਹੈ, ਤੁਸੀਂ ਉਹਦੇ ਚ ਪੜੋ, ਮੈਂ ਲਿਖਿਆ ਵੀ ਇਹੋ ਹੀ ਹੈ ਮੋਦੀ ਜੀ ਨੂੰ, ਆਜ਼ਾਦ ਦੇਸ਼ ਵਿੱਚ ਕਿਸਾਨ ਨੂੰ ਵੀ ਆਜ਼ਾਦੀ ਚਾਹੀਦੀ ਹੈ ਨਾ। ਹੁਣ ਇਹਨਾਂ ਹਾਲਾਤ ਵਿੱਚ ਇਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ, ਹਾਂਜੀ ਤੁਸੀਂ ਦੱਸੋ ਭਾਰਤ ਜੀ ਵੀ ਮੈਂ ਪਾਰਲੀਮੈਂਟ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਹੁੰਦਿਆਂ, ਔਰ ਇਹ ਵੀ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਉਦੋਂ ਸਾਰੇ ਪੰਜਾਬ 'ਚ ਮੈਂ ਕੱਲਾ ਸਿਟਿੰਗ ਮੈਂਬਰ ਪਾਰਲੀਮੈਂਟ। ਓ ਯੈਸ ਯੈਸ, ਹਾਂਜੀ ਹਾਂਜੀ ਨਾ। ਇੱਕ ਹੋਰ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ, ਅੱਛਾ ਜੀ, ਦੇਸ਼ ਦੇ ਰਾਸ਼ਟਰਪਤੀ ਜੀ ਨੇ ਮੈਨੂੰ ਕਿਸਾਨ ਅੰਦੋਲਨ ਵਿੱਚ ਕੰਮ ਕਰਨ ਕਰਕੇ, ਕਿਸਾਨ ਹੁੰਦਿਆਂ ਹੋਣ ਕਰਕੇ ਮੈਨੂੰ ਉਹਨਾਂ ਨੇ ਨਾਮਜ਼ਦ ਕੀਤਾ ਸੀ ਅਪਰ ਹਾਊਸ ਵਿੱਚ, ਨੋਮੀਨੇਟ ਕੀਤਾ ਸੀ ਕਿ ਤੁਸੀਂ ਲੋਕ ਪੋਲੀਟੀਕਲ ਪਾਰਟੀ ਨਹੀਂ ਹੈਗੇ, ਤੁਸੀਂ ਨਾਨ ਪਾਰਟੀ ਆਰਗੇਨਾਈਜੇਸ਼ਨ ਹੋ ਤੇ ਤੁਹਾਡੀ ਗੱਲ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣੀ ਚਾਹੀਦੀ ਹੈ, ਉਹਦੇ ਲਈ ਇਸ ਕਰਕੇ ਮੈਨੂੰ ਨਾਮਜ਼ਦ ਕੀਤਾ ਗਿਆ। ਵੈਰੀ ਗੁੱਡ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਜਦੋਂ ਅਸੀਂ ਵੇਖਦੇ ਰਹੇ ਤੇ ਇਸ ਨੂੰ ਵੇਖ ਕੇ ਮੈਂ ਫਿਰ ਪ੍ਰਧਾਨ ਮੰਤਰੀ ਜੀ ਨੂੰ ਇਹ ਚਿੱਠੀ ਲਿਖੀ ਸੀ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹਨੂੰ ਠੀਕ ਕਰੋ। ਇਸ ਤਰ੍ਹਾਂ ਇਸ ਵੇਲੇ ਹੋਇਆ ਇਹ ਹੈ, ਜਿਹੜਾ ਸਾਰੇ ਦੇਸ਼ ਵਿੱਚ ਭਾਰਤ ਜੀ ਜਿਹੜਾ ਅਨਰੈਸਟ ਹੈ ਨਾ, ਉਹ ਇਹ ਹੈ ਕਿ ਦੇਖੋ ਅਸੀਂ ਕਦੀ ਵੀ ਮੈਂ 2-3 ਵਾਰੀ ਕਹਿਣਾ, ਕਦੀ ਵੀ ਜਿਹੜਾ MSP ਹੈ, ਘੱਟੋ ਘੱਟ ਸਹਾਇਕ ਕੀਮਤ, ਹਾਂਜੀ ਇਹ ਰਹੀ ਹੈ ਘੱਟੋ ਘੱਟ ਸਹਾਇਕ ਕੀਮਤ। ਅਸਲ 'ਚ ਇਹਨੂੰ ਵਰਤਿਆ ਏਦਾਂ ਜਾਂਦਾ ਰਿਹਾ ਭਈ ਇਹ ਮੈਕਸਿਮਮ ਜਬਰੀ ਪ੍ਰੋਕਿਉਰਮੈਂਟ ਪ੍ਰਾਈਸ ਹੈ। ਓ ਯੈਸ, ਦੇਖੋ ਇਹਨੂੰ ਨਾ ਇਹਦਾ ਕੀ ਹੈ, ਇਹਦਾ ਨਾਮ ਹੈ ਘੱਟੋ ਘੱਟ ਸਹਾਇਕ ਕੀਮਤ। ਇਹਦਾ ਮਤਲਬ ਇਹ ਹੈ ਕਿ ਸਹਾਇਕ ਇਹ ਤਾਂ ਇਹ ਵੀ ਟਰਮ ਲੋਕਾਂ ਨੂੰ ਬੜੀ ਰੇਅਰ ਮੇਰੇ ਖਿਆਲ ਘੱਟ ਹੀ ਪਤਾ ਹੋਣੀ ਹੈਗੀ। ਇਹ ਜੀ ਹੈ ਹੀ ਉਹ ਘੱਟੋ ਘੱਟ ਸਹਾਇਕ ਹੈ ਕੀਮਤ। ਇਹਦਾ ਮਤਲਬ ਇਹ ਹੈ ਕਿ ਇਹ ਇਸ ਤੋਂ ਘੱਟ ਦੇ ਉੱਤੇ ਨਹੀਂ ਵਿਕੇਗੀ। ਜੇ ਇਸ ਤੋਂ ਵੱਧ ਦੇ ਉੱਤੇ ਵਿਕੇ ਤੇ ਗਵਰਨਮੈਂਟ ਨੇ ਇਹਦੇ ਮਾਨੇ ਕਹਿੰਦਾ ਸੀ ਵੀ ਇਦੋਂ ਵੱਧ ਤੇ ਅਗਰ ਵਿਕੇ, ਇਹਦਾ ਮਤਲਬ ਹੈ ਵੱਧ ਤੋਂ ਉੱਤੇ ਵਿਕੇ ਤਾਂ ਕੋਈ ਅਰਜ਼ ਨਹੀਂ, ਲੇਕਿਨ ਘੱਟੋ ਘੱਟ ਫਲੋਰ ਪ੍ਰਾਈਸ ਹੈ, ਸੀਲਿੰਗ ਪ੍ਰਾਈਸ ਨਹੀਂ। ਲੇਕਿਨ ਇਹਨਾਂ ਨੇ ਕੀਤਾ ਕਿ ਉਹ ਘੱਟੋ ਘੱਟ ਸਹਾਇਕ ਪ੍ਰਾਈਸ ਨੂੰ ਇਹਨਾਂ ਨੇ ਮੈਕਸਿਮਮ ਸੀਲਿੰਗ ਪ੍ਰਾਈਸ ਬਣਾ ਕੇ ਰੱਖ ਦਿੱਤਾ। ਹੁਣ ਚੱਕਰ ਇਹ ਹੈ ਵੀ ਅਸੀਂ ਭਾਵੇਂ ਘੱਟੋ ਘੱਟ ਸਹਾਇਕ ਕੀਮਤ ਜਿਹੜੀ ਉਹ ਕਦੀ ਵੀ ਸਾਨੂੰ ਲਾਹੇਵੰਦੀ ਨਹੀਂ ਰਹੀ। ਹਾਂਜੀ ਹਾਂਜੀ, ਜਿਸ ਕਰਕੇ ਕਿਸੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਇਹ ਗੱਲ ਆਖੀ ਸੀ। ਮਾਈਂਡ ਇਹ ਨਹੀਂ ਵੀ ਕਿਤੇ ਕਮਰੇ 'ਚ ਬੈਠ ਕੇ ਆਖੀ। ਹਾਂਜੀ ਹਾਂਜੀ, ਲਾਲ ਕਿਲੇ ਤੋਂ ਨੇਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਇਹ ਕੀਮਤਾਂ ਘੱਟ ਨੇ, ਇਸ ਕਰਕੇ ਇਹਨਾਂ ਨੂੰ 50% ਉੱਤੇ ਅਸੀਂ ਤੈਅ ਕਰਕੇ ਦਿਆਂਗੇ। ਇਹਦਾ ਮਤਲਬ ਸਿੰਪਲ ਹੈ ਕਿ MSP ਇਹ ਸਮਝਦੇ ਸੀ ਵੀ ਘੱਟ। ਅੱਛਾ, ਇੱਕ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਾਂ। ਹਾਂਜੀ ਹਾਂਜੀ, ਚਲੋ ਮੇਰੀ ਗੱਲ ਛੱਡੋ, ਮੈਂ ਇੰਟਰਸਟਿਡ ਪਾਰਟੀ ਗਿਣ ਸਕਦਾ, ਸਾਰੇ ਫਾਰਮਰਸ ਕਿਸਾਨ ਛੱਡੋ, ਅਸੀਂ ਇੰਟਰਸਟਿਡ ਪਾਰਟੀ ਹੋ ਸਕਦੇ ਹਾਂ।
ਹਾਂਜੀ ਤੁਸੀਂ ਮੈਨੂੰ ਦੱਸੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੰਟਰਸਟਿਡ ਪਾਰਟੀ ਹੈ, ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਇੰਟਰਸਟਿਡ ਪਾਰਟੀ ਹੈ, ਪੰਜਾਬ ਇੰਟਰਸਟਿਡ ਪਾਰਟੀ ਹੈ, ਹਰਿਆਣਾ ਗਵਰਨਮੈਂਟ ਇਸ ਤਰ੍ਹਾਂ ਇਹ ਸਾਰੇ ਹੀ ਜਿਹੜੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਹੀ ਜਦੋਂ ਘੱਟੋ ਘੱਟ ਸਹਾਇਕ ਕੀਮਤ ਮਿਥੀ ਜਾਂਦੀ ਰਹੀ ਹੈ, ਹਾਂਜੀ ਹਮੇਸ਼ਾ ਉਹ ਕੰਟੈਸਟ ਕਰਦੇ ਰਹੇ ਨੇ ਵੀ ਇਹ ਗਲਤ ਹੈ ਬਈ, ਇਹ ਅਨਿਆਏ ਹੈ, ਇਹ ਧੱਕਾ ਹੈ। ਲੇਕਿਨ ਅੱਜ ਜਿਹੜਾ ਸਾਡਾ ਸਾਡਾ ਦਿਲ ਜਿਹੜਾ ਅੰਦਰੋਂ ਬਲਦਾ ਪਿਆ ਉਹ ਇਹ ਹੈ ਕਿ ਯਾਰੋ ਹੱਦ ਹੋ ਗਈ ਹਨੇਰ ਸਾਈ ਦਾ। ਘੱਟੋ ਘੱਟ ਕੀਮਤ ਜਿਹੜੀ ਸੀ ਉਹ ਹਮੇਸ਼ਾ ਹੀ ਸਾਡੇ ਨਾਲ ਜ਼ਿਆਦਤੀ ਹੁੰਦੀ ਰਹੀ ਹੈ। ਤੁਸੀਂ ਆਂਦੇ ਹੋ ਘੱਟੋ ਘੱਟ ਸਹਾਇਕ ਕੀਮਤ ਵੀ ਨਹੀਂ ਦੇਣੀ, ਉਹ ਯਾਰ ਇਹ ਤੇ ਅਨਿਆਏ। ਅੱਛਾ, ਇਹ ਹੁਣ ਮੈਂ ਥੋੜਾ ਜਿਹਾ ਇਹਦੇ ਅਗਲੇ ਪੁਆਇੰਟਸ ਤੇ ਆਉਣਾ। ਇਹ ਤੁਸੀਂ ਹੁਣ ਇਹ ਬੜਾ ਖੋਲ ਕੇ ਦੱਸਿਆ ਵੀ ਇਹ ਜਿਹੜਾ ਇੱਕ ਤਾਂ ਇਹ ਕਿਸੇ ਕੋਰਟ ਵਿੱਚ ਇੱਕ ਚੈਲੰਜ ਨਹੀਂ ਕੀਤਾ ਜਾ ਸਕਦਾ ਹੈਗਾ, ਇੱਕ ਇਹ ਜਿਹੜੀ ਘੱਟੋ ਘੱਟ ਉਹ ਦੇਣੀ ਹੈਗੀ ਹੈ। ਜਿਹੜਾ ਹੁਣ ਅਸਲੀ ਮੁੱਦਾ ਇਹ ਹੈਗਾ ਹੁਣ ਵੀ ਅਗਲਾ ਖਦਸ਼ਾ ਇਹ ਹੈਗਾ ਸ਼ਾਇਦ ਘੱਟੋ ਘੱਟ ਕੋਸਟ ਵੀ ਨਹੀਂ ਮਿਲੇ ਹੈਗਾ। ਹੁਣ ਮੈਨੂੰ ਥੋੜਾ ਜਿਹਾ ਪੋਲੀਟੀਕਲ ਸੀਨ ਤੇ ਤੁਸੀਂ ਆ ਜਾਓ, ਤੁਸੀਂ ਵੀ MP ਰਹੇ ਹੋ। ਪਹਿਲਾਂ ਤਾਂ ਜਿਹੜੇ ਅਕਾਲੀ ਦਲ ਵਾਲੇ ਚੁੱਪੀ ਰਹੇ ਹੈਗੇ, ਫਿਰ ਹੌਲੀ ਹੌਲੀ ਜਦੋਂ ਕਿਸਾਨਾਂ ਨੇ ਜਿਹੜਾ ਰੌਲਾ ਰੌਲਾ ਪਾਇਆ ਤੇ ਫਿਰ ਉਹ ਕਹਿੰਦੇ ਜੀ ਨਹੀਂ, ਉਹ ਸਾਡੀ ਉਹਨਾਂ ਐਗਰੀਕਲਚਰ ਮਿਨਿਸਟਰ ਨਾਲ ਗੱਲ ਹੋ ਗਈ, ਉਹਨਾਂ ਨੇ ਕਿਹਾ ਜੀ MSP ਰਹੇਗੀ, ਕੋਈ ਪ੍ਰੋਬਲਮ ਨਹੀਂ। ਤੇ ਫਿਰ ਉਹ ਕਿਸਾਨ ਫਿਰ ਉਹ ਹੋਏ ਹੈਗੇ। ਤੇ ਹੁਣ ਕੱਲ ਉਹਨਾਂ ਨੇ ਜਦੋਂ ਹੋਰ ਕੋਈ ਚਾਰਾ ਨਹੀਂ ਲੱਭਾ ਤੇ ਮੈਡਮ ਹਰਸਿਮਰਤ ਬਾਦਲ ਤਾਂ ਨਜ਼ਰ ਨਹੀਂ ਆਏ, ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਮੈਂ ਵੋਟ ਨਹੀਂ ਪਾਈ ਹੈਗੀ। ਇਹਨੂੰ ਪੋਲੀਟੀਕਲੀ ਕਿਸ ਐਂਗਲ ਤੋਂ ਦੇਖਦੇ, ਕੀ ਇਹ ਚੱਕਰ ਹੈਗਾ? ਜੀ ਅਸਲ ਅੰਦਰ ਦੀ ਗੱਲ ਇਹਨਾਂ ਦੀ ਮੈਨੂੰ ਲੱਗਦਾ, ਇਹ ਤੇ ਅੰਦਰ ਦੀ ਗੱਲ ਤੇ ਇਹਨਾਂ ਨੂੰ ਪਤਾ ਹੋਏਗਾ ਨਾ। ਮੇਰਾ ਅੰਦਾਜ਼ਾ ਇਹ ਹੈ ਕਿ ਇਹਨਾਂ ਦਾ ਮਨ ਇਹ ਸੀ ਭਈ ਇਹ ਰੌਲੇ ਰੱਪੇ ਤੋਂ ਬਿਨਾਂ ਅਸੀਂ ਚੁੱਪ ਕਰਕੇ ਹੌਲੀ ਹੌਲੀ ਮੰਨ ਜੀਏ ਭਈ ਇਹ ਠੀਕ ਹੈ ਜੀ, ਕੋਈ ਨਹੀਂ, ਕਿਸਾਨ ਕਹਿਣਗੇ ਅੱਗੇ ਕਰਦੇ ਆਏ ਨੇ, ਕੀ ਗੱਲ ਹੈ ਏਡੀ। ਯੈਸ ਯੈਸ। ਇਹ ਨਾ ਅਸਲ 'ਚ ਮੇਰੇ ਪੰਜਾਬ ਤੇ ਹਰਿਆਣੇ ਦੀ, ਕੁਝ ਮੱਧ ਪ੍ਰਦੇਸ਼ ਦੀ ਤੇ ਕੋਈ UP ਦੀ ਗੱਲ ਸਮਝਦੇ ਸੀ। ਅੱਛਾ। ਇਹ ਜਿਸ ਦਿਨ ਇਹਨਾਂ ਨੇ ਪਰਸੋਂ ਬਿੱਲ ਪੇਸ਼ ਕੀਤਾ ਨਾ, ਹਾਂਜੀ ਪਰਸੋਂ ਹੀ ਕੀਤਾ, ਕੱਲ ਪਾਸ ਕੀਤਾ, ਹਾਂਜੀ, ਉਸੇ ਦਿਨ ਇਹਨਾਂ ਨੇ ਪਿਆਜ਼ ਗੰਢਾ, ਹਾਂਜੀ, ਉਹਦੀ ਐਕਸਪੋਰਟ ਬੈਨ ਕਰ ਦਿੱਤੀ। ਅੱਛਾ। ਆਖਿਰ ਜੀ ਉਹਦੀਆਂ ਕੀਮਤਾਂ ਵੱਧ ਗਈਆਂ ਨੇ। ਦਿੱਲੀ ਵਿੱਚ ਆਖਿਆ ਆ, ਦਿੱਲੀ 'ਚ ਕੀਮਤ ਵੱਧ ਗਈ ਹੈ। ਮਹਾਰਾਸ਼ਟਰ ਵੀ ਉੱਬਲ ਪਿਆ। ਜਿਹੜਾ ਮਹਾਰਾਸ਼ਟਰ ਵਿੱਚੋਂ ਕਾਫੀ ਆਵਾਜ਼ਾਂ ਆਉਂਦੀਆਂ ਸੀ ਵੀ ਯਾਰ ਕਿੱਡੀ ਕੋਈ ਗੱਲ ਹੈ, ਛੱਡੋ ਪਰ ਇਹ ਚੰਗੀ ਗੱਲ ਕਰਦੇ ਪਿਆ, ਉਹ ਵੀ ਫਿਰ ਝੂਠੇ ਨੇ। ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਦੋਂ ਏਦਾਂ ਹੋਇਆ ਕਿ ਸੁਖਬੀਰ ਬਾਦਲ ਤੇ ਬੀਬਾ ਹਰਸਿਮਰਤ ਤੇ ਹੋਰ ਅਕਾਲੀ, ਇਹ ਸਾਰੇ ਜਿਹੜੇ ਨੇ ਇਹਨਾਂ ਨੇ ਸਮਝਿਆ ਭਈ ਅੰਦਰ ਤੇ ਸਾਡਾ ਹਾਲੀ ਵੀ ਉਹਨਾਂ ਦੇ ਨਾਲ ਹੈ, ਮੈਨੂੰ ਲੱਗਦਾ। ਇਟ ਅਪੀਅਰਸ ਟੂ ਬੀ ਫੈਕਟ ਆਲਸੋ। ਹਾਂਜੀ, ਅੰਦਰੋਂ ਅੰਦਰ ਤੇ ਭਾਈ ਅਸੀਂ ਨਾਲ ਆ, ਪਰ ਮੂੰਹ ਜ਼ਬਾਨੋਂ ਤੇ ਸਾਨੂੰ ਕੁਝ ਕਹਿ ਲੈਣ ਦਿਓ। ਹਾਂਜੀ ਹਾਂਜੀ, ਸਮਝ ਗਏ। ਮੂੰਹ ਹੋਰ ਤੇ ਮੁੱਖ ਹੋਰ, ਇਹ ਜੇ ਹੋਏ ਤੇ ਸਾਡੇ ਮਹਾਰਾਜ ਵਿੱਚ ਤੇ ਮੂੰਹ ਹੋਰ ਤੇ ਮੁੱਖ ਹੋਰ ਤੇ ਕਾਢੇ ਕੱਚਿਆ। ਇਹ ਕੱਚੀਆਂ ਗੱਲਾਂ ਇਸ ਕਰਕੇ ਨੇ। ਜਿਹੜਾ ਬੰਦਾ ਸੂਝਵਾਨ ਮੁਦੱਬਰ ਬੰਦਾ ਜਿਹੜਾ ਹੁੰਦਾ ਹੈ, ਉਹ ਬੰਦਾ ਸੋਚ ਕੇ ਗੱਲ ਕਰਦਾ, ਔਰ ਜਿਹੜੀ ਗੱਲ ਕਰਦਾ ਉਹਦੀ ਦੂਰਅੰਦੇਸ਼ੀ ਹੁੰਦੀ ਹੈ। ਉਹ ਏਦਾਂ ਨਹੀਂ ਕਰਦਾ ਵੀ ਅੱਜ ਮੈਨੂੰ ਆਹ ਆਖਿਆ ਤੇ ਉਹ ਮਹਾਰਾਜ ਏਦਾਂ ਹੀ ਸਹੀ, ਕੱਲ ਨੂੰ ਮੈਨੂੰ ਆਹ ਆਖਿਆ ਤੇ ਚਲੋ ਮਹਾਰਾਜ ਏਦਾਂ ਹੀ ਸੀ। ਮੈਨੂੰ ਲੱਗਦਾ ਇਹਨਾਂ ਦਾ ਕੱਚਪੁਣਾ, ਔਰ ਇਸ ਕੱਚਪੁਣੇ ਤੇ ਸਮਝਦੇ ਨੇ ਵੀ ਇੱਥੋਂ ਦਾ ਕਿਸਾਨ ਜਿਹੜਾ ਉਸ ਕੱਚਪੁਣੇ ਦੇ ਵਿੱਚ ਫਿਰ ਮਗਰ ਲੱਗ ਜਾਏਗਾ ਬੋਲੇ ਸੋਨਿਆਲ ਕਹਿ ਕੇ। ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦਾ ਭੁਲੇਖਾ। ਅੱਛਾ, ਕੈਪਟਨ ਅਮਰਿੰਦਰ ਦੀ ਜਿਹੜੇ ਤੋਮਰ ਸਾਹਿਬ ਨੇ ਪਾਰਲੀਮੈਂਟ 'ਚ ਥੋੜਾ ਜਿਹਾ ਮੈਂ ਦੇਖਿਆ ਸੀ, ਉਹ ਕਹਿੰਦੇ ਜੀ ਜਿਹੜੀ ਅਸੀਂ ਕਮੇਟੀ ਬਣਾਈ ਸੀ ਉਹਦੇ ਵਿੱਚ ਇਹ 4-5 ਸਟੇਟਾਂ ਦੇ ਨਾਰਦਰਨ ਇੰਡੀਆ ਦੇ ਉਹ ਸੀ, ਜਿਹਦੇ ਵਿੱਚ ਕੈਪਟਨ ਅਮਰਿੰਦਰ ਵੀ ਸੀ। ਉਦੋਂ ਕਹਿੰਦੇ ਇਹਨਾਂ ਨੇ, ਕੈਪਟਨ ਅਮਰਿੰਦਰ ਨੇ ਕੋਈ ਇਤਰਾਜ਼ ਨਹੀਂ ਜਤਾਇਆ ਸੀ। ਜੇ ਉਦੋਂ ਇਤਰਾਜ਼ ਜਤਾਉਂਦੇ ਤੇ ਹੋ ਸਕਦਾ ਇਹ ਆਰਡੀਨੈਂਸ ਜਾਂ ਇੱਦਾਂ ਦੀ ਕੋਈ ਪੋਜੀਸ਼ਨ ਨਾ ਹੁੰਦੀ। ਕੈਪਟਨ ਅਮਰਿੰਦਰ ਬਾਰੇ ਕੀ ਵਿਚਾਰ ਹੈ ਤੁਹਾਡੇ? ਦੇਖੋ ਜੀ, ਜਿਸ
ਜੇ ਪੈਰਾਂ ਤੇ ਖਲੋ ਕੇ, ਪਤਾ ਨਹੀਂ ਕਿੰਨੀ ਕੁ ਗੱਲ ਠੀਕ ਹੈ ਕਿ ਕਿੰਨੀ ਗਲਤ ਹੈ, ਮੈਂ ਇਹਦੇ ਤੇ ਨਹੀਂ ਕਹਿ ਸਕਦਾ, ਹਾਂਜੀ ਲੇਕਿਨ ਜਿੱਦਾਂ ਪੈਰਾਂ ਤੇ ਖਲੋ ਕੇ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨੇ ਕਿ ਮੈਂ ਇਹ ਗੱਲ ਨਹੀਂ ਕੀਤੀ, ਲੇਕਿਨ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਇਹ ਗੱਲ ਕਹਿੰਦੇ ਨੇ ਕਿ ਇਹ ਗੱਲ ਸਟੇਟਮੈਂਟ ਹੈਗੀ ਆ ਜੀ, ਮਤਲਬ ਇਹਦਾ ਮਤਲਬ ਉਹ minister- ਹਾਂਜੀ ਇਹਦਾ ਹੁਣ ਸਵਾਲ ਇਹ ਹੈ ਕਿ ਮਿਨਿਸਟਰ ਅਗਰ ਪਾਰਲੀਮੈਂਟ ਵਿੱਚ ਗਲਤ ਬਿਆਨੀ ਕਰਦਾ ਤੇ ਉਹਨੂੰ ਐਕਸਪੋਜ਼ ਕਰਨਾ ਚਾਹੀਦਾ। ਹਾਂਜੀ 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 ਮੈਂ ਤੁਹਾਨੂੰ ਆਪ ਦੱਸਿਆ ਕਿ ਮੈਂ ਇੱਕ ਪ੍ਰਿਵਿਲੇਜ ਮੋਸ਼ਨ ਲਿਆਂਦੀ ਹਾਂਜੀ ਹਾਂਜੀ ਜਦੋਂ ਮੈਨੂੰ ਖੜਨ ਤੋਂ ਰੋਕਿਆ ਗਿਆ, ਗ੍ਰਿਫਤਾਰ ਕੀਤਾ ਗਿਆ, ਕਈ ਕੁਛ ਹੋਇਆ, ਉਹਦੇ ਵਿੱਚ ਪੰਜਾਬ ਦੀ ਗਵਰਨਮੈਂਟ ਨੇ ਮਾਫੀ ਮੰਗੀ, ਪੰਜਾਬ ਦੇ ਉਸ ਵੇਲੇ ਪੁਲਿਸ DGP ਨੇ ਮਾਫੀ ਮੰਗੀ। ਇਸ ਵੇਲੇ ਅਗਰ ਮਿਨਿਸਟਰ ਨੇ ਕੋਈ ਝੂਠ ਬੋਲਿਆ ਉਹਦੇ ਲਈ ਪੰਜਾਬ ਦੇ ਜਿਹੜੇ MPs ਨੇ ਉਹਨਾਂ ਨੂੰ ਇਹ ਗੱਲ ਪ੍ਰਿਵਿਲੇਜ ਵਿੱਚ ਮੈਨੂੰ ਲੱਗਦਾ ਲਿਆਉਣੀ ਚਾਹੀਦੀ ਹੈ, ਫੈਕਟਸ ਪਤਾ ਲੱਗੇ ਕੀ ਗੱਲ ਲਿਆਉਣੀ ਚਾਹੀਦੀ ਹੈ ਸਾਨੂੰ। ਅਸੀਂ ਜਿਹੜੇ ਲੋਕ ਆ ਇਹ ਪਾਰਲੀਮੈਂਟ ਚ ਲਿਆਉਣ, ਪ੍ਰਿਵਿਲੇਜ ਲਿਆਉਣ, ਸਾਨੂੰ ਪਤਾ ਲੱਗੇ ਦੁੱਧ ਕੀ ਹੈ ਤੇ ਪਾਣੀ ਕੀ ਹੈ, ਕੀ ਹੈ ਝੂਠ ਕੀ ਹੈ, ਕੀ ਹੈ। ਹੁਣ ਆਪਾਂ ਜਿਹੜੀਆਂ ਹੋਰ ਗੱਲਾਂ ਕਰੀਏ, ਦੇਖੋ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਦੀਆਂ ਵੋਟਾਂ ਲੈਣੀਆਂ, ਕਿਸਾਨੀ ਬਹੁਤ ਵੱਡਾ ਵੋਟ ਬੈਂਕ ਆ, ਠੀਕ ਹੈ। ਇਹ ਹੁਣ ਕਿਸਾਨ ਅਕਾਲੀ ਦਲ ਤੇ ਕੈਪਟਨ ਦੀਆਂ ਸਰਕਾਰ ਦੀਆਂ ਜਿਹੜੀਆਂ ਦੋਨਾਂ ਦੀ ਕਾਂਗਰਸ ਦੀਆਂ ਚਾਲਾਂ ਤੋਂ ਅਵੇਅਰ ਹੋ ਗਏ ਪੰਜਾਬ ਦੇ ਕਿਸਾਨ, ਕਿ ਅਜੇ ਵੀ ਇਹ ਉਹ ਬਸ ਜਿੱਧਰ ਨੂੰ ਚੱਲਣਗੇ ਚੱਲੀ ਜਾਣਗੇ? ਇਹਦੇ ਬਾਰੇ ਕਿੰਨੇ ਕੁ ਇਨਲਾਈਟਨ ਹੋਏ ਕਿਸਾਨ? ਦੇਖੋ ਮੈਂ ਆਸ਼ਾਵਾਦੀ ਹਾਂ, ਨਿਰਾਸ਼ਾਵਾਦੀ ਨਹੀਂ, ਲੇਕਿਨ ਪਿਛਲੇ ਤਜਰਬਿਆਂ ਤੋਂ ਮੈਂ ਵੇਖ ਕੇ ਕਹਿਣਾ ਕਿ ਪੋਲੀਟੀਕਲ ਪਾਰਟੀਆਂ ਕਿਸਾਨਾਂ ਨੂੰ ਵੰਡਣ ਵਿੱਚ ਕਾਮਯਾਬ ਰਹੀਆਂ ਨੇ। ਹਾਂਜੀ ਹਾਂ ਮੈਂ ਪਿਛਲੇ ਤਜਰਬਿਆਂ ਤੋਂ ਕਹਿ ਸਕਦਾ, ਲੇਕਿਨ ਆਸ਼ਾਵਾਦੀ ਮੈਂ ਹੈਗਾ ਕਿ ਇਸ ਵੇਲੇ ਦੇ ਅਗਲੇ ਸਮੇਂ ਵਿੱਚ, ਆਉਣ ਵਾਲੇ ਸਮੇਂ ਵਿੱਚ ਇਹ ਵੰਡਣ 'ਚ ਕਾਮਯਾਬ ਨਹੀਂ ਹੋਣਗੀਆਂ। ਲੇਕਿਨ ਇਸ ਮੁੱਦੇ ਤੇ ਪੂਰੇ ਇਕੱਠੇ ਹੋ ਸਕਦੇ ਆ, ਤੁਹਾਡੇ ਕਹਿਣ ਦਾ ਮਤਲਬ? ਹੋ ਸਕਦੇ ਨੇ, ਲੇਕਿਨ ਮੈਨੂੰ ਇਹ ਲੱਗਦਾ ਭਈ ਪੰਜਾਬ ਵਿੱਚ ਕੁਝ ਇੰਟੈਲੈਕਚੁਅਲ ਹਾਂਜੀ ਜਿਨ੍ਹਾਂ ਦਾ ਇੰਟੈਲੈਕਚੁਅਲ ਜਿਹੜੇ ਅਕਸ ਸਾਫ ਦੇ ਲੋਕ ਪੱਖੀ ਇੰਟੈਲੈਕਚੁਅਲ, ਉਹ ਬੜੇ ਵਧੀਆ ਬੰਦੇ ਬੈਠੇ ਨੇ ਇੱਥੇ। ਬਹੁਤ ਪੰਜਾਬ ਭਰਿਆ ਪਿਆ ਇੰਟੈਲੈਕਚੁਅਲ ਨਾਲ, ਵਧੀਆ ਸਾਫ ਅਕਸ ਭਰਿਆ। ਉਹਨਾਂ ਨੂੰ ਸਾਨੂੰ ਲੋਕਾਂ ਨੂੰ ਲੱਭਣਾ ਪਏਗਾ, ਔਰ ਲੱਭ ਕੇ ਤੇ ਸਾਨੂੰ ਅੱਗੇ ਲਿਆਉਣਾ ਪਏਗਾ। ਇਹ ਤੇ ਆ ਮੇਰੀ ਇੱਕ ਗੱਲ। ਹਾਂਜੀ ਦੂਜਾ ਮੇਰੀ ਇਹ ਹੈ ਕਿ ਹਾਲੀ ਜਿੱਦਾਂ ਦੇ ਹਾਲਾਤ ਨੇ ਪੋਲੀਟੀਕਲ, ਹਾਂਜੀ ਸਾਨੂੰ ਨੋਟਾ ਬੜਾ ਇੰਪੋਰਟੈਂਟ ਚੀਜ਼ ਹੈ। ਹਾਂਜੀ ਹਾਂ ਠੀਕ ਨੋਟਾ ਜਿਹੜਾ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ। ਜੇ ਫਰਜ਼ ਕਰੋ ਹਾਲਾਤ ਏਦਾਂ ਦੇ ਨੇ ਕਿ ਸਾਨੂੰ ਇਹ ਵੀ ਨਹੀਂ ਪਸੰਦ ਤੇ ਸਾਨੂੰ ਇਹ ਵੀ ਨਹੀਂ ਪਸੰਦ, ਫਿਰ ਕੀ ਕਰੀਏ? ਇੱਕ ਆਪਸ਼ਨ ਸਾਡੇ ਇਹ ਮੈਂ ਸ਼ੁਰੂ ਵਿੱਚ ਪਾਰਲੀਮੈਂਟ ਵਿੱਚ ਬੜੀ ਦੇਰ ਤੋਂ ਚੁੱਕਦਾ ਆ ਰਿਹਾ। ਮੈਂ 90 ਤੋਂ 96 ਤੱਕ ਪਾਰਲੀਮੈਂਟ 'ਚ ਰਿਹਾ। ਹਾਂਜੀ ਔਰ ਉਹਨਾਂ ਵਿੱਚ ਕਈ ਵਾਰੀ ਇਹ ਜਿਹੜੀਆਂ ਵੀ ਸਾਡਾ ਹੱਕ ਹੋਣਾ ਚਾਹੀਦਾ ਕਿ ਅਸੀਂ ਜਿਹਨੂੰ ਕੀਤਾ ਉਹਨੂੰ ਵਿਡਰਾ ਕਰ ਸਕੀਏ, ਜਾਂ ਜਿਹਨੂੰ ਅਸੀਂ ਨਹੀਂ ਚਾਹੁੰਦੇ ਤੇ ਕੀ ਕਰੀਏ। ਮੈਂ ਸਮਝਦਾ ਅੱਜ ਵੀ ਅਗਰ ਸਾਡੇ ਲੋਕਾਂ ਕੋਲ, ਪੰਜਾਬ ਦੇ ਲੋਕਾਂ ਕੋਲ ਜਾਂ ਇੰਡੀਆ ਦੇ ਲੋਕਾਂ ਕੋਲ, ਉਹਨਾਂ ਨੂੰ ਨਾ ਚੰਗਾ ਲੱਗਦਾ ਹੈ, ਹਰ ਵਾਰੀ ਬੰਨੀ ਹੈ ਵੀ ਇੱਕ ਤੂੰ ਆ ਜਾ ਇੱਕ ਮੈਂ ਆ ਜਾ, ਜੇ ਦੋਵੇਂ ਚੰਗੇ ਨਹੀਂ ਲੱਗਦੇ ਤੇ ਤੀਜਾ ਹਾਲੀ ਲੱਭਦਾ ਕੋਈ ਨਹੀਂ, ਕਿਉਂਕਿ ਤੀਜੇ ਨੇ ਉਹ ਵੀ ਖਖੜੀ ਬਥੇਰੇ ਪਏ ਨੇ। ਉਹਨਾਂ ਚੋਂ ਵੀ ਕੋਹੀਅਨ ਨਜ਼ਰ ਆਉਂਦੀ ਨਹੀਂ ਪਈ, ਐਵੇਂ ਆਖੀਏ। ਬੜੇ ਚੰਗੇ ਲੋਕ ਨੇ, ਚੰਗੇ ਲੋਕਾਂ ਦੀ ਕੋਹੀਅਨ ਹੋਣੀ ਤੇ ਪਾਰਟੀ ਬਣਨੀ, ਗਰੁੱਪ ਬਣਨਾ, ਲੋਹੇ ਦੀ ਲੱਠ ਬਣਨੀ, ਉਹਨਾਂ ਬੜੀ ਜ਼ਰੂਰੀ ਹੈ। ਜਿੰਨਾ ਚਿਰ ਉਹ ਨਹੀਂ ਬਣਦੀ ਤੇ ਕਿੱਡੀ ਕੋ ਗੱਲ ਹੈ
ਜੇ ਇੱਕ ਇਲੈਕਸ਼ਨ ਇਦਾਂ ਦੀ ਹੋ ਜਾਏ ਵੀ ਉਹ ਇਲੈਕਸ਼ਨ ਜਿਹੜੀ ਹੈ ਟੋਟਲ ਨੋਟਾਂ ਦੇ ਉੱਤੇ ਚਲੀ ਜਾਏ, ਵੀ ਇਹ ਜੋ ਕੋਈ ਪਸੰਦ ਨਹੀਂ। ਨੋਟਾਂ ਦਾ ਇੱਕ ਬੜੀ ਵਧੀਆ ਚੀਜ਼ ਹੈ, ਜਿਹੜਾ ਐਤਕੀ ਪਸੰਦ ਨਹੀਂ ਆਇਆ ਅਗਲੀ ਵਾਰੀ ਇਲੈਕਸ਼ਨ ਨਹੀਂ ਕਰ ਸਕਦਾ। ਮੇਰਾ ਖਿਆਲ ਹੈ ਮੇਰੇ ਖਿਆਲ ਪੰਜਾਬ ਵਿੱਚ ਇੰਨੇ ਲੋਕੀ ਜਾਗਰੂਕਤਾ ਨਹੀਂ ਆਈ ਕਿ ਨੋਟਾਂ ਨੂੰ ਬਹੁਤ ਮਾਸ ਲੈਵਲ ਤੇ ਸਪੋਰਟ ਮਿਲੇ, ਪਰ 2-4 ਹਜ਼ਾਰ ਲੋਕੀ ਨੋਟਾਂ ਬਟਨ ਦਬਾਉਂਦੇ ਹੈਗੇ ਆ, ਆਉਂਦੇ ਨਹੀਂ। ਮੈਂ ਇਹ ਕਹਿ ਰਿਹਾ ਕਿ ਸਾਡੇ ਕੋਲ ਇਸ ਵੇਲੇ ਜਿਹਨੂੰ ਭਈ ਜੇ ਇਹ ਵੀ ਪਸੰਦ ਨਹੀਂ ਤੇ ਇਹ ਵੀ ਪਸੰਦ ਨਹੀਂ, ਪਾਰਟੀਆਂ ਤੇ ਆਪਣੇ ਆਗੂ ਬਦਲ ਰਹੀਆਂ, ਉਹਨਾਂ ਤੇ ਉਹੀ ਰੱਖਣੇ ਨੇ। ਮੰਨ ਲਓ ਨੋਟਾਂ ਨੂੰ ਬਹੁਮਤ ਮਿਲ ਜਾਂਦੀ, ਫਿਰ ਉਹਦੇ ਰੀਪਰਕਸ਼ਨ ਕੀ ਆ? ਉਹ ਮੁੜ ਕੇ ਕੈਂਡੀਡੇਟ ਨਹੀਂ ਖੜੇ ਹੋ ਸਕਦੇ? ਉਹ ਨਹੀਂ ਹੋ ਸਕਦੇ ਜੀ। ਫਿਰ ਇਹਦਾ ਮਤਲਬ ਉਹ ਰਿਜੈਕਟਡ ਮਟੀਰੀਅਲ ਆ ਗਿਆ, ਉਹ ਕੁਆੜ ਚ ਜਾਏਗਾ। ਏਦਾਂ ਪੰਜਾਬ ਦੇ ਲੋਕੀ ਕਰਦੇ ਨੇ, ਫਿਰ ਤਾਂ ਇਹ ਜਿਹੜੇ ਫਿਰ ਤਾਂ ਪੰਜਾਬ ਹੀ ਨਵਾਂ ਸੀਨ ਹੋ ਗਿਆ। ਉਹ ਮਟੀਰੀਅਲ ਕੁਆੜੀਆ ਦਾ ਮਟੀਰੀਅਲ ਹੈ, ਰਿਜੈਕਟਡ ਮਟੀਰੀਅਲ ਹੈ। ਜਿਵੇਂ ਜਿਵੇਂ ਕੋਈ ਕੰਪਨੀ ਚੀਜ਼ ਬਣਾਉਂਦੀ ਹੈ ਨਾ, ਸਟੈਂਡਰਡ ਦੀਆਂ ਚੀਜ਼ਾਂ ਬਣਾਉਂਦੀ ਹੈ, ਉਹਦੇ ਚੋਂ ਆਹ ਚੀਜ਼ ਰਿਜੈਕਟਡ ਹੈ, ਉਹ ਰਿਜੈਕਟਡ ਮਟੀਰੀਅਲ ਹੋ ਜਾਏਗਾ। ਅਗਲੀ ਵਾਰੀ ਉਹ ਨਹੀਂ ਆਉਣਗੇ, ਹੋਰ ਆਉਣਗੇ। ਮੈਂ ਸਮਝਦਾ, ਦੇਖੋ ਮੈਂ ਸਮਝਦਾ ਅਗਰ ਦੂਜੀ ਲੇਕਿਨ ਅਲਟੀਮੇਟਲੀ ਛਾਨਣਾ ਤੇ ਭਾਰਤ ਜੀ ਕਿਤੇ ਲੋਕ ਕਿਤੇ ਵੀ ਕੋਈ ਛਾਨਣਾ ਜਿਹੜਾ ਫੋਬੀਆ ਖੜਾ ਕੀਤਾ ਹੈ ਨਾ ਵੀ ਇਲੈਕਸ਼ਨ ਤੇ ਇੰਨਾ ਖਰਚਾ ਹੁੰਦਾ, ਉਹ ਜੀ ਕੀ ਹੁੰਦਾ? ਉਹ ਮਹਾਰਾਜ ਖਰਚੇ ਇੱਥੇ ਹੀ ਨੇ, ਇਹੋ ਹੀ EMPLOYEES ਨੇ, ਇਹਨਾਂ ਨੂੰ ਤਨਖਾਹਾਂ ਨੇ, ਇਹੋ ਕੋਈ ਸਾਰਾ। ਨਹੀਂ, ਖਰਚਿਆਂ ਖੁਰਚਿਆਂ ਦੀਆਂ ਗੱਲਾਂ ਬਾਅਦ ਚ ਹੁੰਦੀਆਂ ਨੇ। ਗਵਰਨੈਂਸ ਜਿਹੜੀ ਉਹ ਠੀਕ ਚਾਹੀਦੀ ਹੈ। ਗਵਰਨੈਂਸ ਦੇ ਵਿੱਚ ਅਗਲਾ ਪੁਆਇੰਟ ਦੱਸੋ। ਇਹ ਬਿੱਲ ਤਾਂ ਦੇਖੋ ਜਿਹੜਾ ਮੈਜੋਰਟੀ ਹੈਗੀ ਇਹਨਾਂ ਕੋਲ ਲੋਕ ਸਭਾ ਤੇ ਰਾਜ ਸਭਾ ਤੇ ਅਲਟੀਮੇਟਲੀ ਕਾਨੂੰਨ ਤਾਂ ਇਹੋ ਬਣੇ ਹੀ ਜਾਣੇ ਹੈਗੇ। ਬਿਲਕੁਲ ਜੀ, ਕਾਨੂੰਨ ਬਣ ਗਏ, ਇਹ ਫਿਰ ਕਿਸਾਨਾਂ ਦਾ, ਆਪਾਂ ਤਾਂ ਆਪਣੇ ਪੰਜਾਬ ਸਟੇਟ ਦੀ ਕਰੇ, ਪੰਜਾਬ ਦੇ ਕਿਸਾਨਾਂ ਦਾ ਕੀ ਬਣੇਗਾ? ਇਹਨਾਂ ਪੋਲੀਟੀਕਲੀ ਪਹਿਲਾਂ ਇਕਨੋਮਿਕ ਆਸਪੈਕਟ ਕਿਸਾਨਾਂ ਦਾ ਕੀ ਰਹੇਗਾ, ਫਿਰ ਜਿਹੜੀਆਂ ਦੋਨੋਂ ਹੀ ਕਿਸਾਨ ਹਿਤੈਸ਼ੀ ਪਾਰਟੀਆਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਵੋਟ ਬੈਂਕ ਕਿੰਨਾ ਕੁ ਨਿਕਲ ਸਕਦਾ ਹੈਗਾ ਇਹਦੇ ਨਾਲ? ਦੇਖੋ ਕਿਸਾਨਾਂ ਦਾ ਇਹਦੇ ਨਾਲ ਨੁਕਸਾਨ ਹੋ ਰਿਹਾ, ਅੱਛਾ ਜੀ, ਕੋਈ ਸ਼ੱਕ ਸ਼ੁਬਾ ਹੈ ਨਹੀਂ। ਹਾਂਜੀ, ਇਹ ਠੀਕ ਗੱਲ ਹੈ ਕਿ FCI ਜਿਹੜੀ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਬੜੀ ਕਰਪਟ ਬਣ ਗਈ ਹੈ ਬੋਡੀ। ਲੇਕਿਨ ਗੱਲ ਇਹ ਹੈ, ਮੈਂ ਅੱਜ ਗੱਲ ਕਰ ਰਿਹਾ ਸਾਂ, ਬੜੀ ਇੱਕ ਸਿਆਣੇ ਨੇ ਕਿਸੇ ਨੇ ਗੱਲ ਕੀਤੀ, ਉਹਦਾ ਵੀ ਇਹ ਕਿੰਨੀ ਕੁ ਗੱਲ ਹੈ, ਜੇ ਇੱਕ ਗਾਂ ਮੱਝ ਪਾਣੀ 'ਚ ਵੜ ਗਈ ਹੈ, ਉਹਨੂੰ ਜੋਕਾਂ ਚੰਬੜ ਗਈਆਂ ਨੇ, ਉਹਨੂੰ ਹੁਣ ਬਾਹਰ ਕੱਢਿਆ ਤੇ ਜੋਕਾਂ ਲਾਉਣੀਆਂ ਚਾਹੀਦੀਆਂ ਨੇ ਕਿ ਗਾਂ ਮੱਝ ਨੂੰ ਮਾਰ ਦੇਣਾ ਚਾਹੀਦਾ? ਜੋਕਾਂ ਲਾ ਦਿਓ ਕਿ ਆਪ ਹੀ ਲਾ ਦੇ ਜਾਂ ਲਾ ਦਿਓ, ਫਿਰ ਕਿਹੜੀ ਗੱਲ ਹੈ? ਗਾਂ ਮੱਝ ਗੱਲ ਕਿੱਡੀ ਕੁ ਹੈ? ਜੋਕਾਂ ਜਿਹੜੀਆਂ ਨੇ, ਅਗਰ ਜਿਹੜੇ ਸਿਸਟਮ ਨੂੰ ਭਾਰਤ ਦੀ ਜੋਕਾਂ ਨਾਲ ਪਿਆਰ ਹੋਵੇ, ਉਹ ਸਿਸਟਮ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਉਹ ਸਿਸਟਮ ਤੋਂ ਅਸੀਂ ਨਿਜਾਤ ਹਾਸਲ ਕਰੀਏ। ਉਹ ਸਿਸਟਮ ਜਿਹੜਾ ਕਦੀ ਲੋਕਾਂ ਦੇ ਹਿੱਤ 'ਚ ਨਹੀਂ ਹੋ ਸਕਦਾ। ਔਰ ਅੱਜ ਸਿਸਟਮ ਵਿੱਚ ਬੜੀਆਂ ਜੋਕਾਂ ਜੇ, ਕਿੱਥੋਂ ਲੈ ਕੇ ਕਿੱਥੋਂ ਤੱਕ ਨੇ, ਜੋਕਾਂ ਤੋਂ ਸਾਨੂੰ ਜਾਨ ਛਡਾਉਣਾ ਬੜੀ ਜ਼ਰੂਰੀ। ਅੱਛਾ, ਇੱਕ ਦੋ ਅਖੀਰ ਵਿੱਚ ਗੱਲ ਹੋਰ, ਇਹਦੇ ਦੇਖੋ ਆ ਹੁਣ 1.5 ਸਾਲ ਤਾਈਂ ਪੰਜਾਬ ਦੀ ਅਸੈਂਬਲੀ ਇਲੈਕਸ਼ਨ ਵੀ ਹੈਗਾ, ਇਹ ਬਿੱਲ ਫਾਰਮਲੀ ਪਾਸ ਤਾਂ ਹੋਣੇ ਹੀ ਹੈਗੇ ਆ, ਇਹਦਾ ਪੋਲੀਟੀਕਲ ਰਿਪਰਕਸ਼ਨ ਕੀ ਹੋਏਗਾ? ਕਿਹੜੀ ਪਾਰਟੀ ਤੇ ਜ਼ਿਆਦਾ ਪਏਗਾ? ਅਕਾਲੀਆਂ ਤੇ ਪੋਲੀਟੀਕਲ ਵੋਟ ਬੈਂਕ ਡਾਊਨ ਹੋਏਗਾ ਕਿ ਕਾਂਗਰਸੀਆਂ ਦਾ, ਕਿ ਜਾਂ ਦੋਨਾਂ ਦਾ, ਜਾਂ ਕਿਤੇ ਤੀਜੇ ਚੌਥੇ ਬੰਦੇ ਦਾ ਦਾਅ ਲੱਗ ਜਾਏਗਾ? ਇਹਦੇ ਬਾਰੇ ਕੀ ਲੱਗਦਾ ਤੁਹਾਨੂੰ? ਮੈਂ ਤੁਹਾਨੂੰ ਫ੍ਰੀਲੀ ਕਹਿਣਾ ਚਾਹੁੰਦਾ ਹੈ ਕਿ ਇਸ ਵੇਲੇ ਗੰਗਲ ਬਹੁਤ ਪਈ ਹੋਈ ਹੈ। ਮਤਲਬ ਕਲੈਰਿਟੀ ਨਹੀਂ, ਕਿਉਂਕਿ ਮੈਂ ਵੀ ਆਪਣੇ ਮਿੱਤਰਾਂ ਨਾਲ ਜਦੋਂ ਗੱਲ ਕਰਦਾ ਤੇ ਅਸੀਂ ਸੋਚਦੇ ਹਾਂ, ਕਰਦੇ ਹਾਂ, ਗੰਗਲ ਬਹੁਤ ਹੈ, ਫਟਕੜੀ ਪੈਣ ਦੀ ਲੋੜ ਹੈ। ਉਹਦੇ ਨਾਲ ਜਦੋਂ ਫਟਕੜੀ ਜੇ ਗੰਗਲੇ ਪਾਣੀ 'ਚ ਪਾ ਦਈਏ ਤੇ ਉਹ ਪਾਣੀ ਸਾਫ਼ ਹੋ ਜਾਂਦਾ, ਸਾਫ਼ ਹੋ ਜਾਂਦਾ, ਕੋਈ ਸਾਫ਼ ਹੋ ਜਾਂਦਾ। ਤੇ
ਟਾਈਮ ਥੋੜੀ ਜਿਹੀ ਫਟਕੜੀ ਆਉਣ ਲੱਗਦਾ ਪਾ ਰਿਹਾ ਤੇ ਇਹ ਫਟਕੜੀ ਪੈਣ ਨਾਲ ਕਲੈਰਿਟੀ ਆਏਗੀ। ਕਿਉਂਕਿ ਹਾਲੇ ਤੱਕ ਦੋ ਤਿੰਨ ਗੱਲਾਂ ਤੁਸੀਂ ਕੀਤੀਆਂ ਨੇ ਵੀ ਕੌਣ ਸੱਚਾ ਕੌਣ ਝੂਠਾ, ਕਿਹੜਾ ਗਲ ਤੋਂ ਬੋਲਦਾ ਕਿਹੜਾ ਦਿਲੋਂ ਬੋਲਦਾ, ਇਹ ਸਾਰੀਆਂ ਚੀਜ਼ਾਂ 2 4 5 10 ਦਿਨਾਂ ਵਿੱਚ ਕਲੀਅਰ ਹੋਣਗੀਆਂ। ਫਿਰ ਪਤਾ ਲੱਗੇਗਾ ਆਪਣਾ ਕੌਣ ਹੈ, ਉਪਰਾ ਕੌਣ ਹੈ, ਸੱਜਣ ਕੌਣ ਹੈ, ਦੁਸ਼ਮਣ ਕੌਣ ਹੈ, ਭੇਖ ਕੌਣ ਕਰਦਾ ਪਿਆ, ਅੰਦਰੋਂ ਕੌਣ ਬੋਲਦਾ, ਗਲੇ ਤੋਂ ਕੌਣ ਬੋਲਦਾ। ਇਹ ਥੋੜਾ ਜਿਹਾ ਸਮਾਂ ਹੋਰ ਚਾਹੀਦਾ। ਹਾਂ, ਅੱਛਾ ਇੱਕ ਲਾਸਟ ਸਵਾਲ ਮੈਨੂੰ ਦੱਸੋ, ਇਹੋ ਬੀਜੇਪੀ ਗਵਰਨਮੈਂਟ ਓਵਰ ਦਾ ਪੀਰੀਅਡ ਇਵੇਂ ਲੱਗਦਾ ਜਿਵੇਂ ਦਿੱਲੀ ਵਿੱਚ ਇਲੈਕਸ਼ਨ ਹੋਈਆਂ, ਸ਼੍ਰੋਮਣੀ ਅਕਾਲੀ ਦਲ ਇਗਨੋਰਡ ਰਿਹਾ, ਹਰਿਆਣੇ ਵਿੱਚ ਇਗਨੋਰਡ ਲਿਆ, ਫਿਰ ਹੁਣ ਤਾਂ ਇਹਨਾਂ ਤੋਂ ਆ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਦਾਦੂਵਾਲ ਬਣ ਗਿਆ ਹੈਗਾ। ਇਹ ਦਿੱਲੀ ਗਵਰਨਮੈਂਟ ਬੀਜੇਪੀ ਖਾਸ ਤੌਰ ਤੇ ਇਹਨਾਂ ਨੂੰ ਅਕਾਲੀਆਂ ਨੂੰ ਜਾਣ ਬੁੱਝ ਕੇ ਇਗਨੋਰ ਕਰ ਰਹੀ ਹੈਗੀ ਆ ਵੀ ਇਹਨਾਂ ਦਾ ਪੋਲੀਟੀਕਲ ਵੋਟ ਬੈਂਕ ਘਟਿਆ ਹੈਗਾ, ਜਾਂ ਫਿਰ ਕੋਈ ਉਹਨਾਂ ਦੀ ਮਜਬੂਰੀ ਆ, ਜਾਂ ਕੋਈ ਆਪਣਾ ਏਜੰਡਾ ਉਹ ਪੰਜਾਬ ਵਿੱਚ ਕਰਨਾ ਚਾਹੁੰਦੇ। ਇਹਦੇ ਵਿੱਚੋਂ ਕੀ ਲੱਗਦਾ ਤੁਹਾਨੂੰ? ਮੈਨੂੰ ਲੱਗਦਾ ਵੀ ਇਹ ਪਾਵਰ ਸ਼ੇਅਰਿੰਗ ਦੀ ਟਸਲ ਹੈ। ਅੱਛਾ, ਪਾਵਰ ਸ਼ੇਅਰਿੰਗ ਦੀ ਟਸਲ ਹੈ। ਨਾ ਬੀਜੇਪੀ ਅਕਾਲੀਆਂ ਨੂੰ ਛੱਡੇ ਤੇ ਨਾ ਅਕਾਲੀ ਬੀਜੇਪੀ ਨੂੰ ਛੱਡਣ, ਇਹਨਾਂ ਦੋਵਾਂ ਨੇ ਛੱਡਣਾ ਕੋਈ ਨਹੀਂ। ਬੀਜੇਪੀ ਮੈਨੂੰ ਲੱਗਦਾ ਬੀਜੇਪੀ ਉਹਨਾਂ ਨੂੰ ਵਿਖਾ ਕੇ ਵੀ ਆ ਅਸੀਂ ਫਲਾਣੇ ਨੂੰ ਵੀ ਨਹੀਂ ਤੇ ਕਰ ਲਾਂਗੇ ਨੇੜੇ, ਫਲਾਣੇ ਨੂੰ ਕਰ ਲਾਂਗੇ ਨੇੜੇ, ਫਲਾਣੇ ਨੂੰ ਕਰ ਲਾਂਗੇ ਨੇੜੇ, ਨਹੀਂ ਤਾਂ ਤੁਸੀਂ ਗੱਲ ਕਰੋ। ਨਹੀਂ ਤਾਂ ਕੀ ਹੁੰਦਾ, ਉਧਰੋਂ ਇੱਧਰ ਵੀ ਮਜਬੂਰੀ ਤੇ ਉਧਰ ਵੀ ਮਜਬੂਰੀ। ਅੱਗੇ ਵੀ ਅਸਲ 'ਚ ਅਸੂਲਾਂ ਦੇ ਉੱਤੇ ਜੋੜ ਨਹੀਂ ਸੀ, ਮਜਬੂਰੀਆਂ ਦੇ ਜੋੜ ਸੀਗੇ। ਮੈਨੂੰ ਲੱਗਦਾ ਕਿ ਇਹ ਮਜਬੂਰੀਆਂ ਦੇ ਜੋੜ ਜਿਹੜੇ ਨੇ ਇਹ ਹਾਲੀ ਵੀ ਸ਼ਾਇਦ ਚੱਲਣ। ਬਹੁਤ ਸਾਰੇ ਕਿਸਾਨ ਲੀਡਰ ਆ, ਕੁਝ ਸਿੰਸੀਅਰ ਵੀ ਆ, ਕੁਝ ਲੀਡਰੀ ਵਿੱਚੋਂ ਗਦਾਰੀ ਕਰੀ ਜਾਂਦੇ ਕਿਸਾਨਾਂ ਨਾਲ। ਕਿਸਾਨ ਆਪ ਵਿਜੀਲੈਂਟ ਰਹਿਣ, ਜੇ ਉਹਨਾਂ ਦੇ ਕੋਈ ਜਿਹੜੇ ਵੱਖ-ਵੱਖ ਉਹਨਾਂ ਦੇ ਹੈਗੇ ਲੀਡਰ, ਉਹਨਾਂ ਨੂੰ ਲੱਗਦਾ ਨਹੀਂ ਹੈਗਾ, ਕਦੀ ਉਹ ਪ੍ਰੋ ਗਵਰਨਮੈਂਟ ਬੋਲਣ ਲੱਗ ਪੈਂਦੇ, ਕਦੀ ਐਂਟੀ ਬੋਲਣ ਲੱਗ ਪੈਂਦੇ, ਕੋਈ ਖੁਦ ਬੋਲੀ ਬੋਲਣ ਲੱਗ ਪੈਂਦੇ ਹੈਗੇ ਆ, ਕਿਸਾਨ ਕਿਵੇਂ ਵਿਜੀਲੈਂਟ ਰਹਿ ਸਕਦੇ ਹੈਗੇ? ਦੇਖੋ, ਕਿਸਾਨ ਨੂੰ ਬੜੀ ਦੇਰ ਤੋਂ ਐਜੂਕੇਸ਼ਨ ਤੋਂ, ਮਤਲਬ ਮੈਂ ਕਿਸਾਨ ਓਵਰਆਲ ਸਾਰੇ ਕਿਸਾਨ ਦੀ ਗੱਲ ਨਹੀਂ ਕਰਦਾ, ਮੈਂ ਸਾਰੇ ਰੂਰਲ ਲੋਕਾਂ ਦੀ ਤੇ ਇਕੋਨਮੀ ਦੀ ਗੱਲ ਕਰਦਾ ਹਾਂ। ਜਾਣ ਬੁੱਝ ਕੇ ਮੇਰਾ ਮਨ ਇਹ ਕਹਿੰਦਾ ਕਿ ਜਾਣ ਬੁੱਝ ਕੇ ਸਾਨੂੰ ਐਜੂਕੇਸ਼ਨ ਦਾ ਉਹ ਸਟੈਂਡਰਡ ਨਹੀਂ ਮੁਹੱਈਆ ਹੋਣ ਦਿੱਤਾ ਗਿਆ ਜਿਸ ਸਟੈਂਡਰਡ ਨਾਲ ਅਸੀਂ ਦੂਸਰੇ ਦਾ ਮਨ ਪੜ੍ਹ ਸਕੀਏ। ਅਸੀਂ ਇਸ ਵੇਲੇ ਸ਼ਕਲ ਪੜ੍ਹਦੇ ਹਾਂ, ਮਨ ਪੜ੍ਹਨ ਲਈ ਐਜੂਕੇਸ਼ਨ ਚਾਹੀਦੀ ਹੈ। ਔਰ ਬੋਲ ਸੋਹਣਿਆ ਮੈਂ ਵੇਖਾਂ ਤੂੰ ਅੰਦਰੋਂ ਕਿੱਡਾ ਸੋਹਣਾ। ਤੇ ਇਸ ਲਈ ਮੈਨੂੰ ਲੱਗਦਾ ਕਿ ਹਾਲੀ ਸਾਨੂੰ ਇਹਨਾਂ ਨੂੰ ਬੁਲਾ ਕੇ ਹੀ ਇਹਨਾਂ ਨੂੰ ਪਤਾ ਲੱਗੇਗਾ ਵੀ ਕਿੱਥੇ ਗਏ ਹੋ। ਔਰ ਅੱਗੇ ਨਾਲੋਂ ਵੈਸੇ ਅਵੇਅਰਨੈਸ ਬਹੁਤ ਹੈ। ਚਲੋ ਖੈਰ, ਐਨੀਵੇ ਸਾਡਾ ਪਰਪਸ ਇਹ ਸੀ ਇਹਨਾਂ ਮੁੱਦਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਅਵੇਅਰ ਕਰਨਾ, ਜਿਹੜਾ ਕਿ ਤੁਸੀਂ ਪੂਰੀ ਤਰ੍ਹਾਂ ਅਵੇਅਰ ਕੀਤਾ। ਖਾਸ ਤੌਰ ਤੇ ਉਹ ਜਿਹੜਾ ਪੁਆਇੰਟ ਦੱਸਿਆ ਹੈਗਾ ਵੀ ਜਿਹੜਾ ਇਹੋ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਇਹ ਕਿਸੇ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਇਹਦੇ ਬਾਰੇ ਕਿਸਾਨਾਂ ਨੂੰ ਬਹੁਤ ਨੌਲੇਜ ਰੱਖਣ ਦੀ ਜ਼ਰੂਰਤ ਹੈਗੀ ਆ, ਤੇ ਮੈਨੂੰ ਲੱਗਦਾ ਹੈਗਾ ਕਿਸਾਨ ਉਹਦੇ ਫੈਸਲਾ ਕਰਨਗੇ ਅਗਾਂਹ ਉਹਨਾਂ ਨੇ ਕਰਨਾ ਕੀ। ਤੁਸੀਂ ਸਾਡੇ ਨਾਲ ਮਾਨ ਸਾਹਿਬ ਜੁੜੇ, ਬਹੁਤ ਅੱਛਾ ਲੱਗਾ, ਥੈਂਕ ਯੂ ਵੈਰੀ ਮਚ। ਗਾਂ ਵੀ ਕਦੀ ਕਦੀ ਜੁੜਿਆ। ਮੈਂ ਜਿਹੜਾ ਤੁਸੀਂ ਲਫ਼ਜ਼ ਵਰਤਿਆ ਕੋਰਟ 'ਚ ਨਹੀਂ ਜਾ ਸਕਦੇ, ਮੈਂ ਕਹਿੰਦਾ ਨਿਆਂ ਨਹੀਂ ਅਸੀਂ ਲੈ ਸਕਦੇ। ਨਿਆਂ ਲੈਣ ਤੋਂ ਸਾਨੂੰ ਡਿਨਾਈ ਕੀਤਾ। ਠੀਕ, ਬਿਲਕੁਲ, ਮਿਹਰਬਾਨੀ।